ਜੋੜਾਂ ਦੇ ਦਰਦ ਅਤੇ ਹੱਡੀਆਂ ਦੀਆਂ ਤਕਲੀਫਾਂ ਅੱਜਕੱਲ ਸਮਾਜ ਦੇ ਹਰ ਵਰਗ ਨੂੰ ਤੰਗ ਕਰ ਰਹੀਆਂ ਨੇ। ਇੱਕ ਪਾਸੇ ਜਿੱਥੇ ਬਜ਼ੁਰਗ ਆਪਣੇ ਗੋਡਿਆਂ ਦੇ ਦਰਦਾਂ ਤੋਂ ਪਰੇਸ਼ਾਨ ਨੇ, ਉੱਥੇ ਹੀ ਨੌਜਵਾਨ ਪੀੜ੍ਹੀ ਅਤੇ ਖਾਸਕਰ ਖਿਡਾਰੀ ਮੁੰਡੇ ਕੁੜੀਆਂ ਘੱਟ ਉਮਰ ਵਿੱਚ ਸ਼ੁਰੂ ਹੋਈਆਂ ਆਪਣੀਆਂ ਦਰਦਾਂ ਅਤੇ ਖੇਡ ਸੱਟਾਂ ਤੋਂ ਤੰਗ ਨੇ। ਸੋ ਇਸ ਵਿਸ਼ੇ ਤੇ ਵਿਸਤਾਰ ਨਾਲ ਜਾਣਕਾਰੀ ਦੇਣਗੇ ਅਤੇ ਗੱਲਬਾਤ ਕਰਨਗੇ ਡਾਕਟਰ ਤਨਵੀਰ ਸਿੰਘ ਭੋਟਾਨੀ, ਜੋ ਕਿ ਇੱਕ ਕੰਸਲਟੈਂਟ ਆਰਥੋਪੈਡਿਕ ਸਰਜਨ ਨੇ ਅਤੇ ਜਿਨ੍ਹਾਂ ਦੀ ਸਪੈਸ਼ਲਾਈਜੇਸ਼ਨ ਹੈ ਜੁਆਇੰਟ ਰਿਪਲੇਸਮੈਂਟ ਅਤੇ ਖੇਡ ਸੱਟਾਂ ਦਾ ਦੂਰਬੀਨ ਨਾਲ ਇਲਾਜ ਕਰਨਾ। ਡਾਕਟਰ ਤਨਵੀਰ ਸਿੰਘ ਭੋਟਾਨੀ, ਜਿਨ੍ਹਾਂ ਨੇ ਆਪਣੀ ਸੁਪਰ ਸਪੈਸ਼ਲਿਸਟ ਟ੍ਰੇਨਿੰਗ ਸਕਾਟਲੈਂਡ, ਯੂਕੇ, ਜਰਮਨੀ ਅਤੇ ਲੁਕਸਮਬਰਗ ਵਰਗੇ ਯੂਰਪੀਅਨ ਦੇਸ਼ਾਂ ਤੋਂ ਪ੍ਰਾਪਤ ਕੀਤੀ ਹੈ, ਅੱਜ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਜਾ ਰਹੇ ਨੇ ਅਤੇ ਸਾਨੂੰ ਉਮੀਦ ਹੈ ਕਿ ਸਾਡੇ ਦਰਸ਼ਕ ਇਸ ਜਾਣਕਾਰੀ ਤੋਂ ਕਾਫੀ ਲਾਭ ਪ੍ਰਾਪਤ ਕਰਨਗੇ। ਅਕਾਲ ਚੈਨਲ ਵੇਖਣ ਵਾਲੇ ਸਾਰੇ ਵਿਊਅਰਸ ਲਈ ਮੈਂ ਵਰਿੰਦਰ ਸਿੰਘ ਲੈ ਕੇ ਆਇਆ ਖਾਸ ਪ੍ਰੋਗਰਾਮ ਸਾਡੀ ਸਿਹਤ ਨਾਲ ਜੁੜਿਆ ਹੈਲਥ ਤੋਂ ਰਿਲੇਟਡ ਪ੍ਰੋਗਰਾਮ। ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਈਵਾ ਹੌਸਪੀਟਲ। ਜੇ ਗੱਲ ਕਰੀਏ ਸ਼ਹਿਰ ਦੀ, ਲੁਧਿਆਣੇ ਸ਼ਹਿਰ ਦੇ ਵਿੱਚ ਅਸੀਂ ਪਹੁੰਚੇ ਹੋਏ। ਸਾਡੇ ਨਾਲ ਅੱਜ ਡਾਕਟਰ ਤਨਵੀਰ ਭੋਟਾਨੀ ਜੀ ਪਹੁੰਚੇ ਹੋਏ ਨੇ। ਸਭ ਤੋਂ ਪਹਿਲਾਂ ਆਪਾਂ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ। ਔਰ ਗੱਲ ਕਰੀਏ ਇਹਨਾਂ ਦੀ ਕੁਆਲੀਫਿਕੇਸ਼ਨ ਦੀ, ਤੇ ਇਹਨਾਂ ਦੀ ਕੁਆਲੀਫਿਕੇਸ਼ਨ ਜੀ MCH ਆਰਥੋਪੈਡਿਕਸ 'ਚ ਜੋ ਡੰਡੀ ਸਕਾਟਲੈਂਡ ਵਿੱਚ UK ਦੇ ਵਿੱਚ ਸਟੱਡੀ ਕੀਤੀ ਹੋਈ। ਉਸ ਤੋਂ ਬਾਅਦ ਜੇ ਗੱਲ ਕਰੀਏ ਇਹਨਾਂ ਨੂੰ ਆਰਥੋਪੈਡਿਕਸ ਦੇ ਅਬਦੁਲ ਕਲਾਮ ਵੱਲੋਂ, ਡਾਕਟਰ ਅਬਦੁਲ ਕਲਾਮ ਵੱਲੋਂ 2010 ਦੇ ਵਿੱਚ ਗੋਲਡ ਮੈਡਲਿਸਟ ਦਾ ਜੋ ਸਨਮਾਨ ਕੀਤਾ ਗਿਆ। ਅਤੇ ਸਵਾਗਤ ਹੈ ਜੀ ਡਾਕਟਰ ਸਾਹਿਬ ਜੀ ਤੁਹਾਡਾ ਅਕਾਲ ਚੈਨਲ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ। ਤੇ ਸਭ ਤੋਂ ਵਧੀਆ ਗੱਲ ਕਰਾਂਗੇ ਸਪੈਸ਼ਲਿਸਟ ਨੇ ਸਾਡੇ। ਜੋ ਆਪਾਂ ਗੱਲ ਕਰੀਏ ਸਾਡੇ ਗੋਡਿਆਂ ਦੇ ਜੋੜੇ ਦੇ, ਸਾਡੇ ਜੋ ਸਰੀਰ ਦੇ ਵਿੱਚ ਜੇ ਸਭ ਤੋਂ ਵੱਡੀ ਗੱਲ ਜੋ ਸਾਨੂੰ ਬੁਢਾਪਾ ਮਹਿਸੂਸ ਕਰਾਉਂਦੇ ਨੇ ਵੀ ਸਾਨੂੰ ਇਸ ਟਾਈਮ ਬੁਢਾਪਾ ਆ ਗਿਆ, ਸਾਡੇ ਗੋਡੇ ਦੇ ਜੋੜ ਜਾਂ ਚੁਲੇ ਉਹਨਾਂ ਨੂੰ ਲੈ ਕੇ ਉਹਨਾਂ ਦੇ ਸਪੈਸ਼ਲਿਸਟ ਦੇ ਸਭ ਤੋਂ ਪਹਿਲਾਂ ਆਪਾਂ ਜਾਣਾਂਗੇ। ਡਾਕਟਰ ਸਾਹਿਬ ਜੀ ਜਿਹੜੀ ਪ੍ਰੋਬਲਮਸ ਨੇ ਅੱਜ ਸਾਨੂੰ ਬੁਢਾਪਾ ਜੇ ਮਹਿਸੂਸ ਹੁੰਦਾ ਤਾਂ ਇਹਨਾਂ ਗੱਲਾਂ ਕਰਕੇ ਹੁੰਦਾ ਵੀ ਸਾਡੇ ਗੋਡੇ ਜਿਹੜੇ ਨੇ ਕੰਮ ਕਰਨੋਂ ਛੱਡ ਗਏ ਨੇ, ਜਾਂ ਸਾਡੇ ਚੁਲੇ ਨੇ ਉਹ ਜਿੱਦਾਂ ਮੰਨ ਲਓ ਵਰਕ ਕਰਨੇ ਛੱਡ ਗਏ ਨੇ। ਉਦੋਂ ਬੰਦਾ ਸੋਚਦਾ ਵੀ ਮੈਂ ਬੁਢਾਪੇ ਦੇ ਵਿੱਚ ਆ ਗਿਆ।
ਕਿ ਅੱਜ ਅਸੀਂ ਇਹਨਾਂ ਕੋਲ ਪਹੁੰਚੇ, ਸਾਡਾ ਬੁਢਾਪਾ ਦੂਰ ਕਰਨਗੇ ਇੱਕ ਹਿਸਾਬ ਦਾ, ਸਾਨੂੰ ਉਹ ਚੀਜ਼ਾਂ ਦੱਸਣਗੇ ਜਿਨ੍ਹਾਂ ਨਾਲ ਅਸੀਂ ਦੁਬਾਰਾ ਮੁੜ ਆਪਣੀ ਲਾਈਫ ਦੇ ਵਿੱਚ ਉੱਦਾਂ ਹੀ ਤੁਰ ਸਕਾਂਗੇ ਜੋ ਸਾਡੀ ਜਵਾਨੀ ਪਿਆਰ ਦੇ ਵਿੱਚ ਤੁਰੇ ਸੀ। ਸਵਾਗਤ ਹੈ ਜੀ ਅਕਾਲ ਚੈਨਲ ਦੇ ਪ੍ਰੋਗਰਾਮ ਦੇ ਵਿੱਚ। ਕੁਆਲੀਫਿਕੇਸ਼ਨ ਬਾਰੇ ਵੀ ਅਸੀਂ ਤੁਹਾਡੇ ਵਿਊਸ ਨਾਲ ਸਾਂਝੀ ਕਰ ਦਿੱਤੀ ਹੈ, ਅਤੇ ਕੀ ਜਿਹੜੇ ਆਪਾਂ ਅੱਜ ਦੀ ਇਸ ਸਮੱਸਿਆ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਆਰਥਰਾਈਟਿਸ ਹੁਣ ਬਹੁਤ ਘੱਟ ਉਮਰ ਤੋਂ ਮਰੀਜ਼ਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਅਤੇ ਹਰ ਵਰਗ ਦੇ ਲੋਕਾਂ ਦੇ ਵਿੱਚ ਆਰਥਰਾਈਟਿਸ ਦਾ ਕੁਛ ਨਾ ਕੁਛ ਹਿੱਸਾ ਦੇਖਣ ਦੇ ਵਿੱਚ ਜ਼ਰੂਰ ਮਿਲਦਾ ਹੈ। ਅਰਲੀ ਆਰਥਰਾਈਟਿਸ ਮਤਲਬ 50-45 ਸਾਲ ਦੀ ਉਮਰ ਦੇ ਵਿੱਚ ਕਈ ਲੋਕਾਂ ਦੇ ਵਿੱਚ ਆਰਥਰਾਈਟਿਸ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਜੀ। ਆਰਥਰਾਈਟਿਸ ਬਹੁਤ ਕਾਮਨ ਪ੍ਰੋਬਲਮ ਵੀ ਹੁੰਦੀ ਜਾ ਰਹੀ ਹੈ ਜੀ। ਕੁਛ ਇੱਕ ਸਾਡੀ ਲਾਈਫ ਐਕਸਪੈਕਟੈਂਸੀ ਵੱਧ ਗਈ ਹੈ, ਹੁਣ ਸਾਡੀ ਜਿਹੜੀ ਐਵਰੇਜ ਲਾਈਫ ਸਪੈਨ ਹੈ ਹੁਣ 70-80 ਸਾਲ ਤੱਕ ਉਮਰਾਂ ਆਮ ਹੋ ਗਈਆਂ ਹਨ। ਅਸੀਂ ਚਾਹੁੰਦੇ ਹਾਂ ਕਿ ਅਸੀਂ ਐਕਟਿਵ ਤੇ ਆਪਣੀ ਡੇਲੀ ਐਕਟੀਵਿਟੀਜ਼ ਆਪ ਕਰਨ ਵਾਲੀ ਸਿਚੁਏਸ਼ਨ 'ਚ ਰਹੀਏ ਜੀ। ਸਾਡੇ ਜੋੜਾਂ ਦੇ ਉੱਪਰ ਡਿਮਾਂਡ ਵੱਧ ਗਈ, ਬਟ ਐਟ ਦ ਸੇਮ ਟਾਈਮ ਸੈਡੈਂਟਰੀ ਲਾਈਫ ਸਟਾਈਲ, ਆਪਣਾ ਜਿਹੜਾ ਐਕਸਰਸਾਈਜ਼ ਜਾਂ ਡਾਇਟ ਬਹੁਤ ਅੱਛੀ ਨਹੀਂ ਰਹਿ ਗਈ, ਜਿਹੜੀ ਕਿ ਪੁਰਾਣੇ ਟਾਈਮ ਦੇ ਵਿੱਚ ਐਕਸਰਸਾਈਜ਼ ਕਾਫੀ ਹੁੰਦੀ ਸੀ ਜਾਂ ਖੁਰਾਕ ਦੇ ਵਿੱਚ ਕਾਫੀ, ਜਿਹਨੂੰ ਆਪਾਂ ਕਹਿ ਲਈਏ ਕਿ ਖੁਰਾਕ ਸ਼ੁੱਧ ਹੁੰਦੀ ਸੀ, ਪਿਓਰ ਹੁੰਦੀ ਸੀ। ਸਹੀ ਗੱਲ ਹੈ। ਉਹ ਚੀਜ਼ ਹੁਣ ਇੰਨੀ ਨਹੀਂ ਰਹਿ ਗਈ ਜੀ। ਸੋ ਉਹਦੇ ਕਰਕੇ ਆਰਥਰਾਈਟਿਸ ਦਾ ਇਨਸੀਡੈਂਸ ਬਹੁਤ ਜ਼ਿਆਦਾ ਹੋਣਾ ਸ਼ੁਰੂ ਹੋ ਗਿਆ ਹੈ। ਕਈ ਲੋਕਾਂ ਦੇ ਵਿੱਚ ਆਰਥਰਾਈਟਿਸ 45 ਸਾਲ ਦੀ ਉਮਰ ਦੇ ਵਿੱਚ ਵੀ ਗੋਡਿਆਂ ਦੇ ਵਿੱਚ ਦੇਖਣ 'ਚ ਮਿਲਦਾ ਹੈ, ਜਿਹਦਾ ਕਿ ਇਲਾਜ ਵੀ ਉਨਾ ਹੀ ਪੁਰਾਣਾ ਹੈ ਜਿੰਨੀ ਕਿ ਬਿਮਾਰੀ ਪੁਰਾਣੀ। ਬਹੁਤ ਵਧੀਆ। ਆਰਥਰਾਈਟਿਸ ਦਾ ਇਲਾਜ ਦਵਾਈਆਂ, ਮਾਲਿਸ਼, ਫਿਜ਼ੀਓਥੈਰੇਪੀ, ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਹੈ। ਅਤੇ ਕੁਛ ਇੱਕ ਸਾਲਾਂ ਤੋਂ, ਪਿਛਲੇ 15-20 ਸਾਲ ਤੋਂ ਹੁਣ ਆਪਰੇਸ਼ਨ, ਜਿਹੜਾ ਕਿ ਪਿਛਲੇ 5-10 ਸਾਲ ਤੋਂ ਹੁਣ ਬਹੁਤ ਸਕਸੈਸਫੁਲ ਹੋ ਗਿਆ ਹੈ ਜੀ, ਡਿਊ ਟੂ ਇਵੋਲਵਿੰਗ ਟੈਕਨੀਕਸ, ਇਵੋਲਵਿੰਗ ਮਟੀਰੀਅਲ, ਜਿਹੜਾ ਕਿ ਹੁਣ ਨਵਾਂ ਮਟੀਰੀਅਲ ਜਿਹਦੇ ਨਾਲ ਨੀ ਇੰਪਲਾਂਟ ਬਣਦਾ ਹੈ, ਨਵੀਂ ਟੈਕਨੀਕ, ਸਰਜੀਕਲ ਟੈਕਨੀਕ ਜਿੱਦਾਂ ਰਿਸਰਚ ਹੁੰਦੀ ਜਾਂਦੀ, ਹਾਂਜੀ, ਉਹਦੇ ਨਾਲ ਹੌਲੀ ਕਰਕੇ ਹੁਣ ਰਿਜ਼ਲਟਸ ਦੇ ਵਿੱਚ ਬਹੁਤ ਇੰਪਰੂਵਮੈਂਟ ਆ ਗਈ। ਜੇ ਅੱਜ ਤੋਂ 10 ਸਾਲ ਪਹਿਲਾਂ ਤੇ ਅੱਜ ਦੀ ਗੱਲ ਕਰੀਏ ਤੇ ਟੈਕਨੋਲੋਜੀ ਦੇ ਵਿੱਚ, ਨੀ ਇੰਪਲਾਂਟ ਦੇ ਡਿਜ਼ਾਈਨ ਦੇ ਵਿੱਚ, ਨੀ ਇੰਪਲਾਂਟ ਦੇ ਮਟੀਰੀਅਲ ਦੇ ਵਿੱਚ, ਐਂਡ ਐਜ਼ ਅ ਰਿਜ਼ਲਟ ਆਫ ਦੈਟ ਨੀ ਇੰਪਲਾਂਟ ਦਾ ਕਲੀਨਿਕਲ ਰਿਜ਼ਲਟ ਕਿ ਪੇਸ਼ੈਂਟ ਕਿੰਨਾ ਸੁਖੀ ਹੈ ਆਪਰੇਸ਼ਨ ਤੋਂ ਬਾਅਦ, ਉਹਦੇ ਵਿੱਚ ਹੁਣ ਜ਼ਮੀਨ ਆਸਮਾਨ ਦਾ ਫਰਕ ਹੈ। ਅਤੇ ਗੱਲ ਕਰਾਂਗੇ ਆਪਰੇਸ਼ਨ ਤੋਂ ਬਾਅਦ ਦੀ। ਆਪਰੇਸ਼ਨ ਤੋਂ ਬਾਅਦ ਜਿਸ ਤਰ੍ਹਾਂ ਡਾਕਟਰ ਸਾਹਿਬ ਕਈ ਜਗ੍ਹਾ 'ਤੇ ਆਪਰੇਸ਼ਨ ਹੁੰਦੇ, ਲੋਕ ਮਹੀਨਾ ਰੈਸਟ ਕਰਨੀ ਪੈਂਦੀ ਹੈ, ਕਿਸੇ ਨੂੰ ਬਹੁਤ ਜ਼ਿਆਦਾ ਪਰਹੇਜ਼ ਕਰਨਾ ਪੈਂਦਾ। ਅਤੇ ਜਿਵੇਂ ਤੁਹਾਡੇ ਕੋਲ ਅੱਜ ਹਸਪੀਟਲ ਦੀ, ਈਵਾ ਹਸਪੀਟਲ ਦੀ ਗੱਲ ਕਰੀਏ ਤਾਂ ਬਹੁਤ ਟੈਕਨੋਲੋਜੀ, ਐਡਵਾਂਸ ਟੈਕਨੋਲੋਜੀ ਦੇ ਲੈ ਕੇ ਤੁਸੀਂ ਇਲਾਜ ਕਰਦੇ ਹੋ। ਕੀ ਉਹਦਾ ਰਿਜ਼ਲਟ ਆ ਰਿਹਾ, ਕੀ ਉਹਦੀ ਰੇਟਿੰਗ ਆ ਰਹੀ ਹੈ? ਜੇ ਅੱਜ ਕੋਈ ਪੇਸ਼ੈਂਟ ਦਾ ਕੋਈ ਵੀ ਗੋਡੇ ਦਾ ਆਪਰੇਸ਼ਨ ਹੁੰਦਾ ਜਾਂ ਉਹ ਕਿੰਨੀ ਚਿਰ ਤੱਕ ਚੱਲ ਸਕਦਾ? ਗੋਡੇ ਦਾ ਆਪਰੇਸ਼ਨ ਚਾਹੇ ਜਿਸ ਪੇਸ਼ੈਂਟ ਨੂੰ ਇੱਕ ਗੋਡੇ ਦੀ ਜ਼ਰੂਰਤ ਹੈ ਜਾਂ ਉਹਦੀ ਬਾਡੀ ਦੇ ਵਿੱਚ ਇੰਨਾ ਆਰਥਰਾਈਟਿਸ, ਉਹਨਾਂ ਗੋਡਿਆਂ ਦੇ ਵਿੱਚ ਇੰਨਾ ਆਰਥਰਾਈਟਿਸ ਹੈ ਕਿ ਦੋਨੋਂ ਗੋਡਿਆਂ ਨੂੰ ਇਕੱਠੇ ਚੇਂਜ ਕਰਨ ਦੀ ਜ਼ਰੂਰਤ ਹੈ, ਅਤੇ ਉਸ ਸਰਜਰੀ ਤੋਂ ਬਾਅਦ ਪੇਸ਼ੈਂਟ ਅਗਲੇ ਦਿਨ ਪੂਰਾ ਭਾਰ ਪਾ ਕੇ ਚੱਲਣਾ ਸ਼ੁਰੂ ਕਰ ਸਕਦਾ ਹੈ। ਨੈਕਸਟ ਡੇ ਅਸੀਂ ਜੋ ਸਰਜਰੀ ਕਰਦੇ ਇੱਥੇ ਉਹ ਪੇਨਲੈਸ ਨੀ ਰਿਪਲੇਸਮੈਂਟ ਹੈ, ਜਿਹਦੇ ਵਿੱਚ ਇੱਕ ਕੰਬਾਈਨਡ ਐਫਰਟ ਹੁੰਦਾ ਹੈ ਸਾਡੇ ਐਨਸਥੈਟਿਸਟ ਦਾ, ਸਾਡੀ ਨਰਸਿੰਗ ਸਟਾਫ ਦਾ, ਡਾਕਟਰ ਦਾ, ਫਿਜ਼ੀਓਥੈਰੇਪਿਸਟ ਦਾ ਅਤੇ ਕੇਅਰ ਟੇਕਰਸ ਦਾ। ਸੋ ਜਿਨ੍ਹਾਂ ਨੇ ਪੇਸ਼ੈਂਟ ਨੂੰ ਕਿਸੇ ਵੀ ਤਰ੍ਹਾਂ ਦਾ ਦਰਦ, ਕਿਸੇ ਵੀ ਤਰ੍ਹਾਂ ਦਾ ਡਿਸਕੰਫਰਟ ਆਪਰੇਸ਼ਨ ਦੇ ਦੌਰਾਨ ਜਾਂ ਆਪਰੇਸ਼ਨ ਤੋਂ ਬਾਅਦ ਮਹਿਸੂਸ ਨਹੀਂ ਕਰਨ ਦੇਣਾ। ਪੇਸ਼ੈਂਟ ਦੀ ਨੀ ਬੈਂਡਿੰਗ ਅਸੀਂ ਉਸੇ ਦਿਨ ਸ਼ੁਰੂ ਕਰਵਾ ਦਿੰਦੇ ਹਾਂ ਜਿਸ ਦਿਨ ਉਹ ਆਪਰੇਸ਼ਨ ਥੀਏਟਰ ਤੋਂ ਬਾਹਰ ਆਉਂਦਾ ਹੈ। 24 ਆਵਰਸ ਤੱਕ ਪੇਸ਼ੈਂਟ ਸਾਡੇ ਕੋਲ ਰਿਕਵਰੀ 'ਚ ਰਹਿੰਦਾ ਹੈ, ਜਿੱਥੇ ਕਿ ਸਟਾਫ ਹਮੇਸ਼ਾ ਉਹਨਾਂ ਦੇ ਨਾਲ ਰਹੇਗਾ। ਉਸ ਤੋਂ ਬਾਅਦ ਜਦੋਂ ਗੋਡੇ ਦੀ ਬੈਂਡਿੰਗ ਸਟਾਰਟ ਹੋਣੀ ਹੈ, ਇੱਕ ਫਿਜ਼ੀਓਥੈਰੇਪਿਸਟ ਦੀ ਸੁਪਰਵਿਜ਼ਨ 'ਚ ਕਰਵਾਈ ਜਾਂਦੀ ਹੈ, ਅਤੇ ਜਦੋਂ ਤੱਕ ਪੇਸ਼ੈਂਟ ਆਪਰੇਸ਼ਨ ਤੋਂ ਅਗਲੇ ਦਿਨ ਡੇ 2 ਤੱਕ ਆਪਣੇ ਪੈਰਾਂ ਦੇ ਉੱਪਰ ਭਾਰ ਪਾ ਕੇ ਖੜਾ ਹੋਣਾ ਸ਼ੁਰੂ ਕਰੇਗਾ, ਅਤੇ ਕੋਸ਼ਿਸ਼ ਇਹ ਹੁੰਦੀ ਹੈ ਕਿ ਪੇਸ਼ੈਂਟ 90 ਡਿਗਰੀ ਤੱਕ, 90 ਡਿਗਰੀ ਤੱਕ ਆਪਣਾ ਗੋਡਾ ਆਪ ਮੋੜ ਸਕੇ। ਡਾਕਟਰ ਸਾਹਿਬ ਜੀ, ਜਿਸ ਕਰਕੇ ਨਾ ਜਦੋਂ ਕੋਈ ਬਜ਼ੁਰਗ ਹੁੰਦਾ ਆਪਰੇਸ਼ਨ ਨਹੀਂ ਕਰਵਾਉਂਦਾ ਵੀ ਮੇਰੇ ਨਾਲ ਸ਼ਾਇਦ ਮੈਂ ਮੰਜੀ 'ਤੇ ਨਾ ਪੈ ਜਾ ਜੀ, ਇਸ ਆਪਰੇਸ਼ਨ ਤੋਂ ਬਾਅਦ ਐਕਚੁਅਲੀ ਰੈਸਟ ਅਸੀਂ ਪੇਸ਼ੈਂਟ ਨੂੰ ਕਰਵਾਉਣਾ ਨਹੀਂ ਚਾਹੁੰਦੇ। ਸੋ ਵੀ ਆਰ ਵੈਰੀ ਅਗਰੈਸਿਵ, ਅਸੀਂ ਬਹੁਤ ਅਗਰੈਸਿਵਲੀ ਉਹਨਾਂ ਦੀ ਐਕਸਰਸਾਈਜ਼, ਫਿਜ਼ੀਓਥੈਰੇਪੀ ਸਟਾਰਟ ਕਰਵਾਉਂਦੇ ਹਾਂ। ਪੇਸ਼ੈਂਟ ਦੀ ਜਿਹੜੀ ਵੀ ਫਿਜ਼ੀਓਥੈਰੇਪੀ ਹੋਣੀ ਉਹ ਪੇਸ਼ੈਂਟ ਨੇ ਆਪ ਹੀ ਕਰਨੀ। ਪੇਸ਼ੈਂਟ ਨੂੰ 2-2, 3-3 ਮਹੀਨੇ ਕਿਸੇ ਫਿਜ਼ੀਓਥੈਰੇਪੀ ਸੈਂਟਰ ਦੇ ਵਿੱਚ ਜਾ ਕੇ ਫਿਜ਼ੀਓਥੈਰੇਪੀ ਕਰਵਾਉਣ ਦੀ ਲੋੜ ਆਮ ਤੌਰ 'ਤੇ ਨਹੀਂ ਪੈਂਦੀ, ਅਤੇ ਪੇਸ਼ੈਂਟ ਆਪ ਹੀ ਐਕਸਰਸਾਈਜ਼ ਆਪਣੇ ਘਰ ਦੇ ਵਿੱਚ ਕਰਦਾ ਹੈ। ਉਹਨੂੰ ਐਕਸਰਸਾਈਜ਼ ਹਸਪੀਟਲ ਦੇ ਸਟੇ ਦੇ ਵਿੱਚ ਹੀ ਸਿਖਾ ਦਿੱਤੀਆਂ ਜਾਂਦੀਆਂ ਹਨ। ਜਦੋਂ 5ਵੇਂ ਦਿਨ ਪੇਸ਼ੈਂਟ ਘਰ ਜਾਂਦਾ ਹੈ, ਉਦੋਂ ਉਹ ਐਕਸਰਸਾਈਜ਼ ਜਾ ਕੇ ਆਪ ਹੀ ਕਰਦਾ ਹੈ। ਇਨਫੈਕਟ ਸਾਡੇ ਕਈ ਪੇਸ਼ੈਂਟ ਇਸ ਤਰ੍ਹਾਂ ਦੇ ਨੇ ਜਿਹੜੇ ਕਿ 5ਵੇਂ ਦਿਨ, 6ਵੇਂ ਦਿਨ ਘਰ ਜਾ ਕੇ ਆਪਣੀ ਸਵੇਰ ਦੀ ਚਾਹ ਆਪ ਬਣਾ ਕੇ ਪੀਂਦੇ ਨੇ। ਸੋ ਉਹ ਆਪਣੇ ਆਪ ਦੇ ਵਿੱਚ ਹੀ ਬਹੁਤ ਅੱਛੀ ਐਕਸਰਸਾਈਜ਼, ਬਹੁਤ ਅੱਛੀ ਫਿਜ਼ੀਓਥੈਰੇਪੀ ਹੈ। ਜਦੋਂ ਪੇਸ਼ੈਂਟ ਦੂਜੇ ਹਫਤੇ, ਤੀਜੇ ਹਫਤੇ ਆਪਰੇਸ਼ਨ ਤੋਂ ਬਾਅਦ ਆਪਣੀ ਸਟਿਕ, ਕਰਚ, ਕਿਸੇ ਵੀ ਤਰ੍ਹਾਂ ਦੀ ਸਪੋਰਟ ਛੱਡ ਕੇ ਆਪ ਚੱਲਦਾ, ਉਹਦੇ ਵਿੱਚ ਉਹਦਾ ਸੈਲਫ ਕੌਨਫੀਡੈਂਸ ਬਹੁਤ ਡਿਵੈਲਪ ਹੋ ਜਾਂਦਾ ਹੈ। ਅਤੇ ਇੱਕ ਵੱਡੀ ਗੱਲ ਹੁੰਦੀ ਹੈ, ਕਈ ਵਾਰੀ ਇਹਨਾਂ ਚੀਜ਼ਾਂ ਨੂੰ ਵੇਖ ਕੇ ਗਵਾਂਢ ਵਾਲੇ ਵੀ ਸੋਚਦੇ ਵੀ ਥੋੜ੍ਹੇ ਦਿਨ ਤੋਂ ਪਹਿਲਾਂ ਇਸ ਚੀਜ਼ ਦਾ ਸਹਾਰਾ ਲੈਂਦਾ ਸੀ, ਅੱਜ ਕਿਉਂਕਿ ਆਰਥਰਾਈਟਿਸ ਦਾ ਦਰਦ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਜਿਹੜਾ ਕਿ ਪੇਸ਼ੈਂਟ ਨੂੰ ਬਹੁਤ ਇਨਕੈਪੈਸਿਟੇਟ ਕਰ ਦਿੰਦਾ, ਬਹੁਤ ਮਜਬੂਰ ਮਹਿਸੂਸ ਕਰਵਾਉਣਾ ਸ਼ੁਰੂ ਕਰ ਦਿੰਦਾ ਹੈ। ਉਹ ਦਰਦ ਇਸ ਆਪਰੇਸ਼ਨ ਤੋਂ ਬਾਅਦ, ਆਰਥਰਾਈਟਿਸ ਦਾ ਦਰਦ ਆਪਰੇਸ਼ਨ ਤੋਂ ਬਾਅਦ ਖਤਮ ਹੋ ਜਾਂਦਾ ਹੈ। ਕਿਉਂਕਿ ਬਹੁਤ ਵੱਡੀ ਗੱਲ ਹੁੰਦੀ ਹੈ, ਕਿਉਂਕਿ ਜਿਵੇਂ ਅੱਜ ਕੱਲ੍ਹ ਲੋਕਾਂ ਦੀ ਸਮੱਸਿਆ ਜਿਹੜੀ ਸਭ ਤੋਂ ਜ਼ਿਆਦਾ ਜੁੜੀ ਵੀ ਇਸ ਚੀਜ਼ ਦੇ ਨਾਲ ਹੋਈ,
ਕਿਉਂਕਿ ਇਹ ਲੋਕੀ ਘਬਰਾਉਂਦੇ ਨੇ, ਪਰ ਅਸੀਂ ਆਪਣੇ ਵਿਊਅਰਸ ਨੂੰ ਇਹ ਦੱਸਦੇ ਜਾਈਏ ਕਿ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਡਾਕਟਰ ਸਾਹਿਬ ਨੇ ਸਾਫ਼ ਹੱਥਾਂ ਦਾ ਵੀ ਦਰਦ ਤਾਂ ਮਹਿਸੂਸ ਹੀ ਨਹੀਂ ਹੁੰਦਾ, ਔਰ ਅਗਲੇ ਦਿਨ ਬੰਦਾ ਆਪਣੇ ਪੈਰਾਂ 'ਤੇ ਵੀ ਖਲੋਤਾ ਹੈ। ਜੇ 5ਵੇਂ ਦਿਨ ਕਿਹਾ ਸੀ ਵੀ ਜਿੱਦਾਂ ਮੰਨ ਲਓ ਬੰਦਾ ਚਾਹ ਬਣਾ ਕੇ ਖੁਦ ਪੀ ਲੈਂਦਾ। ਤੇ ਇੱਕ ਗੱਲ ਮੈਂ ਹੋਰ ਪੁੱਛਣਾ ਚਾਹਾਂਗਾ, ਕਿੰਨੇ ਕੁ ਇਸ ਤੋਂ ਪਹਿਲਾਂ ਜਿਵੇਂ ਮੰਨ ਲਓ ਤੁਸੀਂ ਈਵਾ ਹਸਪੀਟਲ ਦੇ ਵਿੱਚ ਕਿੰਨੇ ਹੀ ਜੇ ਉਹ ਪੇਸ਼ੈਂਟ ਆਏ ਨੇ, ਉਹਨਾਂ ਦਾ ਕੀ ਸਕਸੈਸ ਰੇਟ ਰਿਹਾ ਔਰ ਉਹਨਾਂ ਨੂੰ ਕਿੱਦਾਂ ਦਾ ਫੀਲ ਹੋਇਆ, ਉਹਨਾਂ ਦੀ ਕੀ ਫੀਡਬੈਕ ਆਈ ਇਹਦੇ ਬਾਰੇ? ਜੀ, ਅਸੀਂ ਈਵਾ ਹਸਪੀਟਲ ਦੇ ਵਿੱਚ ਨੀ ਰਿਪਲੇਸਮੈਂਟ ਜੋ ਕਿ ਪ੍ਰਾਇਮਰੀ ਤੇ ਰਿਵੀਜ਼ਨ ਨੀ ਰਿਪਲੇਸਮੈਂਟ ਦੋਨੋਂ, ਪਲੱਸ ਹਿਪ ਰਿਪਲੇਸਮੈਂਟ ਜੋ ਕਿ ਪ੍ਰਾਇਮਰੀ ਤੇ ਰਿਵੀਜ਼ਨ ਹਿਪ ਰਿਪਲੇਸਮੈਂਟ ਦੋਨੋਂ ਕੰਡਕਟ ਕਰ ਰਹੇ ਹਾਂ ਜੀ। ਸਾਡੇ ਪੇਸ਼ੈਂਟਸ ਮੇਰ ਦੇ ਨਾਲ ਬਹੁਤ ਸਕਸੈਸਫੁਲ ਤੇ ਬਹੁਤ ਕੰਫਰਟੇਬਲ ਹਨ। ਨੀ ਰਿਪਲੇਸਮੈਂਟ ਪੇਸ਼ੈਂਟਸ ਦੇ ਵਿੱਚ ਕਈ ਵਾਰ ਥੋੜਾ ਬਹੁਤ ਦਰਦ ਰਹਿ ਜਾਂਦਾ ਹੈ, ਜਾਂ ਕਈ ਵਾਰ ਇਸ ਤਰ੍ਹਾਂ ਦੀ ਕੋਈ ਦਿੱਕਤ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਸਾਡੇ ਕੋਲ ਕਈ ਮਰੀਜ਼ ਆਏ ਹਨ ਜਿਨ੍ਹਾਂ ਦੇ ਵਿੱਚ ਕਿਸੇ ਕਾਰਨ ਕਰਕੇ ਉਹਨਾਂ ਦਾ ਪਹਿਲਾ ਨੀ ਰਿਪਲੇਸਮੈਂਟ ਕਿਸੇ ਹੋਰ ਜਗ੍ਹਾ ਤੇ ਹੋਇਆ ਸਕਸੈਸਫੁਲ ਨਹੀਂ ਸੀਗਾ। ਓਕੇ। ਉਹਨਾਂ ਦੇ ਵਿੱਚ ਜਦੋਂ ਰਿਵੀਜ਼ਨ ਨੀ ਰਿਪਲੇਸਮੈਂਟ ਵੀ ਕੀਤੀ ਗਈ ਕਿਸੇ ਪੇਸ਼ੈਂਟ ਦੇ ਵਿੱਚ ਕੋਈ ਪ੍ਰੋਬਲਮ ਦੇ ਆਉਣ ਕਰਕੇ, ਉਹ ਰਿਵੀਜ਼ਨ ਨੀ ਰਿਪਲੇਸਮੈਂਟ ਵਾਲੇ ਪੇਸ਼ੈਂਟ ਵੀ ਕਾਫੀ ਸਕਸੈਸਫੁਲ ਹਨ, ਉਹ ਵੀ ਚੌਂਕੜੀ ਮਾਰ ਕੇ ਆਰਾਮ ਨਾਲ ਬੈਠ ਸਕਦੇ ਹਨ। ਤੇ ਜਿੱਦਾਂ ਮਤਲਬ ਗੱਲ ਕਰੀਏ ਜਿਹੜੇ ਪੇਸ਼ੈਂਟ ਨੇ ਫੋਰਨ ਕੰਟਰੀ ਤੋਂ ਵੀ ਬਹੁਤ ਸਾਰੇ ਪੇਸ਼ੈਂਟ ਆਉਂਦੇ ਹੋਣਗੇ ਆਪ ਜੀ ਜਿੱਦਾਂ ਇਸ ਇਲਾਜ ਵਾਸਤੇ। ਹਾਂਜੀ। ਤੇ ਜਿੱਦਾਂ ਮਤਲਬ ਤੁਸੀਂ ਇਹ ਚੀਜ਼ ਨੂੰ ਉਸੇ ਚੀਜ਼ ਤੋਂ ਦੁਬਾਰਾ ਕੋਈ ਬੰਦਾ ਖੜਾ ਤਾਂ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਜਿਹੜੀ ਚੀਜ਼ ਦੀ ਅਸੀਂ ਸਟੱਡੀ ਕੀਤੀ ਸੀ ਅੱਜ ਉਹ ਉਸ ਚੀਜ਼ ਵਿੱਚ ਸਫਲ ਵੀ ਲਿਆ ਰਿਹਾ। ਜੀ ਬਿਲਕੁਲ। ਹਾਂਜੀ। ਤੇ ਕੋਈ ਹੋਰ ਡਾਕਟਰ ਸਾਹਿਬ ਜਿਹੜੀਆਂ ਚੀਜ਼ਾਂ ਤੁਹਾਨੂੰ ਲੱਗੇ ਵੀ ਇਹ ਚੀਜ਼ਾਂ ਮਤਲਬ ਸਪੈਸ਼ਲ ਹੈਗੇ ਨੇ, ਕਈ ਵਾਰੀ ਸਾਨੂੰ ਪ੍ਰੋਗਰਾਮ ਦੇ ਵਿੱਚ ਨਹੀਂ ਪਤਾ ਚੱਲਦਾ ਵੀ ਚੀਜ਼ਾਂ ਰਹਿ ਗਈਆਂ ਤੁਹਾਡੇ ਮਾਈਂਡ ਦੇ ਵਿੱਚ ਹੋਵੇ ਤੁਹਾਨੂੰ ਵੀ? ਮੇਰਾ ਖਿਆਲ ਅੱਜ ਕੱਲ੍ਹ ਬਹੁਤ ਜ਼ਰੂਰੀ ਹੈ ਕਿ ਪੇਸ਼ੈਂਟ ਚਾਹੇ ਆਰਥਰਾइटिस ਦਾ ਮਰੀਜ਼ ਹੈ ਕਿ ਨਹੀਂ ਹੈ, ਇੱਕ ਰੈਗੂਲਰ ਫਿਜ਼ੀਕਲ ਐਗਜ਼ਾਮੀਨੇਸ਼ਨ ਕਰਵਾਉਣਾ ਇੱਕ ਮੈਡੀਕਲ ਸਪੈਸ਼ਲਿਸਟ ਤੋਂ ਬਹੁਤ ਜ਼ਰੂਰੀ ਹੈ ਜੀ। ਬਿਕੋਜ਼ ਕਈ ਵਾਰ ਸਰੀਰ ਦੇ ਵਿੱਚ ਕਿਸੇ ਚੀਜ਼ ਦੀ ਘਾਟ ਚੱਲ ਰਹੀ ਹੁੰਦੀ ਹੈ, ਕਈ ਵਾਰ ਵਿਟਾਮਿਨ ਡੀ ਦੀ ਘਾਟ ਹੈ ਜਾਂ ਕੈਲਸ਼ੀਅਮ ਦੀ ਘਾਟ ਹੈ, ਜਾਂ ਕਈ ਵਾਰ ਹੋਰ ਕੋਈ ਮੈਟਾਬੋਲਿਕ ਪ੍ਰੋਬਲਮ ਚੱਲ ਰਹੀ ਹੁੰਦੀ ਹੈ, ਜਿਸ ਤਰ੍ਹਾਂ ਕਿ ਯੂਰਿਕ ਐਸਿਡ ਦੀ, ਕੋਲੇਸਟਰੋਲ ਦੀ, ਲਿਵਰ ਜਾਂ ਕਿਡਨੀ ਫੰਕਸ਼ਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਉੱਪਰ ਨੀਚੇ ਪੈਰਾਮੀਟਰ ਚੱਲ ਰਿਹਾ ਹੁੰਦਾ ਹੈ। ਇੱਕ ਮੈਡੀਕਲ ਕੇਅਰ ਆਪਣੇ ਲਈ ਸੀਕ ਕਰਨਾ, ਆਪਣੇ ਲਈ ਮੈਡੀਕਲ ਕੇਅਰ ਲਈ ਮੰਨਣਾ ਬਹੁਤ ਜ਼ਰੂਰੀ ਹੈ ਤਾਂ ਕਿ ਇੱਕ ਡਾਕਟਰ ਜੋ ਤੁਹਾਨੂੰ ਗਾਈਡ ਕਰ ਸਕਦਾ ਹੈ, ਜੇ ਕੋਈ ਸਪਲੀਮੈਂਟ ਜਾਂ ਕੋਈ ਦਵਾਈ, ਉਹ ਮੈਡੀਕਲ ਕੇਅਰ ਦੇ ਵਿੱਚ ਲੈਣੀ ਬਹੁਤ ਜ਼ਰੂਰੀ ਹੈ ਅੰਡਰ ਮੈਡੀਕਲ ਸੁਪਰਵਿਜ਼ਨ। ਦੂਸਰਾ, ਪੇਨ ਕਿਲਰਸ ਨੂੰ ਅਵੋਇਡ ਕਰਨਾ ਚਾਹੀਦਾ ਹੈ। ਕਈ ਪੇਸ਼ੈਂਟਸ ਆਪ ਹੀ ਪੇਨ ਕਿਲਰ ਲੈ ਕੇ ਖਾਈ ਜਾਂਦੇ, ਉਹਦਾ ਲਿਵਰ ਤੇ ਕਿਡਨੀ ਦੇ ਉੱਪਰ ਅਸਰ ਹੋ ਜਾਂਦਾ ਹੈ। ਸਟੀਰੋਇਡਸ ਬਹੁਤ ਸਟ੍ਰਿਕਟਲੀ ਮੈਂ ਮਨਾ ਕਰਦਾ ਆਪਣੇ ਪੇਸ਼ੈਂਟਸ ਦੇ ਵਿੱਚ, ਬਿਕੋਜ਼ ਸਟੀਰੋਇਡਸ ਦਾ ਲਿਵਰ ਦੇ ਉੱਪਰ, ਕਿਡਨੀ ਦੇ ਉੱਪਰ, ਈਵਨ ਹੱਡੀ ਦੇ ਉੱਪਰ ਬਹੁਤ ਗਲਤ ਅਸਰ ਹੁੰਦਾ ਹੈ। ਚੂਲੇ ਦੇ ਉੱਪਰ ਸਟੀਰੋਇਡਸ ਦਾ ਬਹੁਤ ਨੁਕਸਾਨ ਹੁੰਦਾ ਹੈ। ਸੋ ਕਈ ਵਾਰ ਕਈ ਮਰੀਜ਼ ਦੇਸੀ ਦਵਾਈਆਂ ਲੈ ਕੇ ਜਾਂ ਟੀਕੇ ਲਗਵਾ ਕੇ ਜਾਂ ਆਪਣੇ ਆਪ ਹੀ ਕੈਮਿਸਟ ਤੋਂ ਦਵਾਈ ਖਰੀਦ ਕੇ ਖਾ ਲੈਂਦੇ ਹਨ। ਉਹ ਵਾਲੀ ਚੀਜ਼ ਮੇਰਾ ਖਿਆਲ ਸਟ੍ਰਿਕਟਲੀ ਨਹੀਂ ਕਰਨੀ ਚਾਹੀਦੀ। ਜੀ, ਬਹੁਤ ਵਧੀਆ ਗੱਲ ਕੀਤੀ ਹੈ ਔਰ ਡਾਕਟਰ ਹੋਰਾਂ ਨੇ ਵੀ। ਕਈ ਵਾਰੀ ਆਪਾਂ ਪੇਨ ਕਿਲਰ ਖਾ ਕੇ ਆਪਣੀ ਪੀੜ ਨੂੰ ਦਬਾ ਤਾਂ ਲੈਂਦੇ, ਪਰ ਉਹਦਾ ਕੋਈ ਇਲਾਜ ਨਹੀਂ ਹੁੰਦਾ, ਪਰ ਨੁਕਸਾਨ ਹੋ ਜਾਂਦਾ। ਤੇ ਚੂਲੇ ਦੀ ਗੱਲ ਕਰੀਏ, ਚੂਲੇ ਦੇ ਵਿੱਚ ਕਿੱਦਾਂ ਜੀ ਕੋਈ ਜਿੱਦਾਂ ਮੰਨ ਲਓ ਸਪੈਸ਼ਲੀ ਕਈ ਚੂਲਿਆਂ ਦੀ ਪ੍ਰੋਬਲਮ ਕਰਕੇ ਬੈਠਣਾ ਖਲੋਣਾ ਬੜਾ ਮੁਸ਼ਕਿਲ ਲੱਗਦਾ, ਤੇ ਇਹਦੇ ਬਾਰੇ ਕਿਹੜੀ ਸਪੈਸ਼ਲਿਸਟ ਜਿੱਦਾਂ? ਜੀ, ਹਿਪ ਰਿਪਲੇਸਮੈਂਟ ਦੀ ਜ਼ਰੂਰਤ ਕਈ ਵਾਰ ਬਹੁਤ ਘੱਟ ਉਮਰ 'ਚ ਵੀ ਪੈ ਜਾਂਦੀ ਹੈ ਬਿਕੋਜ਼ ਆਫ ਟਰਾਮਾ, ਕਿਸੇ ਸੱਟ ਲੱਗੇ ਕਰਕੇ ਜਾਂ ਐਲਕੋਹਲ ਦੇ ਕਰਕੇ। ਕਈ ਵਾਰ ਜੇ ਕਿਸੇ ਪੇਸ਼ੈਂਟ ਦੇ ਚੂਲੇ ਖਰਾਬ ਹੋ ਜਾਣ, ਜਿਵੇਂ ਆਪਾਂ ਕਹਿ ਦਿੰਦੇ ਕਿ ਹੱਡੀ ਗਲ ਗਈ, ਉਹ ਬੇਸਿਕਲੀ ਇੱਕ ਪ੍ਰੋਬਲਮ ਹੁੰਦੀ ਜਿਹਨੂੰ ਏਵੈਸਕੂਲਰ ਨੈਕਰੋਸਿਸ ਕਿਹਾ ਜਾਂਦਾ, ਜਿਹਦੇ ਵਿੱਚ ਚੂਲੇ ਦਾ ਜਿਹੜਾ ਗੋਲਾ ਹੁੰਦਾ ਹੈ ਉਹਨੂੰ ਬਲੱਡ ਸਪਲਾਈ ਖਤਮ ਹੋ ਜਾਂਦੀ ਹੈ। ਓਕੇ। ਸਟੀਰੋਇਡਸ ਤੇ ਐਲਕੋਹਲ ਇੱਕ ਬੜੇ ਕਾਮਨ ਕਾਜ਼ ਹਨ ਇਸ ਚੀਜ਼ ਦੇ। ਹਿਪ ਰਿਪਲੇਸਮੈਂਟ ਜਿਹੜੇ ਬਹੁਤ ਕਿਤੇ ਯੰਗ ਏਜ ਦੇ ਵਿੱਚ ਕਿਸੇ ਬਹੁਤ ਯੰਗ ਪੇਸ਼ੈਂਟ ਦੇ ਵਿੱਚ ਕਰਨੀ ਪੈਂਦੀ, ਉਹਦੇ ਵਿੱਚ ਅਸੀਂ ਅਨਸੀਮੈਂਟਡ ਹਿਪ ਰਿਪਲੇਸਮੈਂਟ ਦੀ ਆਪਸ਼ਨ ਲੈ ਕੇ ਚੱਲਦੇ ਹਾਂ ਜੀ। ਜਿਹੜੇ ਹੁਣ ਮਟੀਰੀਅਲ ਸਾਡੇ ਕੋਲ ਅਵੇਲੇਬਲ ਹਨ, ਜਿਸ ਤਰ੍ਹਾਂ ਕਿ ਆਕਸੀਨੀਅਮ ਜਾਂ ਸਿਰਾਮਿਕ, ਉਹਦੇ ਨਾਲ ਹਿਪ ਰਿਪਲੇਸਮੈਂਟ ਦੀ ਲਾਈਫ ਕਈ ਵਾਰ 30-35 ਸਾਲ ਤੋਂ ਵੀ ਉੱਪਰ ਹੈ। ਹਾਂਜੀ। ਅਨਸੀਮੈਂਟਡ ਹਿਪ ਰਿਪਲੇਸਮੈਂਟ ਦਾ ਫਾਇਦਾ ਇਹ ਹੁੰਦਾ ਹੈ ਕਿ ਜਦੋਂ ਯੰਗ ਪੇਸ਼ੈਂਟ ਦੇ ਵਿੱਚ ਕੀਤੀ ਜਾਏ ਤੇ ਉਹ ਫੋਰਐਵਰ ਵਰਗੀ ਚੀਜ਼ ਹੋ ਜਾਂਦੀ ਹੈ, ਬਿਕੋਜ਼ ਉਹਦੇ ਵਿੱਚ ਹੱਡੀ ਗਰੋ ਕਰ ਜਾਂਦੀ ਹੈ। ਹੱਡੀ ਉਸ ਇੰਪਲਾਂਟ ਨੂੰ ਸਰੀਰ ਆਪਣਾ ਇੱਕ ਹਿੱਸਾ ਬਣਾ ਲੈਂਦਾ ਹੈ, ਜਿਹਦੇ ਵਿੱਚ ਆਪਣੀ ਹੱਡੀ ਗਰੋ ਕਰਕੇ ਉਹ ਇੰਪਲਾਂਟ ਹਮੇਸ਼ਾ ਲਈ ਪਕੜ ਲੈ ਲੈਂਦਾ ਹੈ। ਜੀ ਜੀ। ਉਹਦੇ ਉੱਪਰ ਜਿਹੜਾ ਮਟੀਰੀਅਲ ਯੂਜ਼ ਕੀਤਾ ਜਾਂਦਾ ਹੈ, ਜਿਵੇਂ ਕਿ ਘਿਸਣਾ ਹੈ, ਜਿਹਨੂੰ ਆਪਾਂ ਗੋਲਾ ਕਹਿ ਦਿੰਦੇ ਹਿਪ ਰਿਪਲੇਸਮੈਂਟ ਦਾ, ਉਹ ਮਟੀਰੀਅਲ ਅੱਜ ਕੱਲ੍ਹ ਇੰਨੇ ਅੱਛੇ ਆ ਗਏ ਹਨ ਕਿ ਉਹਦੀ ਹੁਣ ਵੀਅਰ ਰੇਟ ਬਹੁਤ ਘੱਟ ਹੋ ਗਈ ਹੈ। ਸੋ ਲਾਈਫ ਆਫ ਦੀ ਇੰਪਲਾਂਟ ਇਜ਼ ਵੈਰੀ ਲੌਂਗ। ਜੀ। ਜੇ ਕਿਸੇ ਓਲਡ ਏਜ ਦੇ ਵਿੱਚ ਪੇਸ਼ੈਂਟ ਨੂੰ ਜ਼ਰੂਰਤ ਪੈਂਦੀ ਹੈ ਤੇ ਉਹਦੇ ਵਿੱਚ ਸੀਮੈਂਟਡ ਹਿਪ ਰਿਪਲੇਸਮੈਂਟ ਦੀ ਆਪਸ਼ਨ ਹੈ। ਪੇਸ਼ੈਂਟ ਇਹਦੇ 'ਤੇ ਅਗਲੇ ਦਿਨ ਭਾਰ ਪਾ ਕੇ ਖੜਾ ਹੋ ਸਕਦਾ ਹੈ, ਚੱਲ ਸਕਦਾ ਹੈ। ਸੋ ਓਲਡ ਏਜ ਦੇ ਵਿੱਚ ਅਸੀਂ ਨਹੀਂ ਚਾਹੁੰਦੇ ਕਿ ਪੇਸ਼ੈਂਟ ਬਹੁਤ ਦੇਰ ਤੱਕ ਬੈੱਡ ਦੇ ਉੱਪਰ ਬੈੱਡਰਿਡਨ ਰਹੇ। ਉਹਦੇ ਨਾਲ ਲਿਵਰ, ਕਿਡਨੀ, ਪਲਮਨਰੀ ਫੰਕਸ਼ਨ, ਲੰਗ ਫੰਕਸ਼ਨ ਦੇ ਉੱਪਰ ਅਸਰ ਆਉਂਦਾ ਹੈ। ਸੋ ਜਿੰਨਾ ਜਲਦੀ ਪੇਸ਼ੈਂਟ ਆਪਣੀ ਡੇ ਟੂ ਡੇ ਐਕਟੀਵਿਟੀਜ਼ ਦੇ ਵਿੱਚ, ਆਪਣੀ ਰੂਟੀਨ ਦੇ ਵਿੱਚ ਜਲਦੀ ਆਏਗਾ, ਉਹਨਾਂ ਉਹਦਾ ਕਾਰਡੀਓ ਪਲਮਨਰੀ ਸਟੇਟਸ, ਉਹਦਾ ਹਾਰਟ ਦਾ ਤੇ ਉਹਦਾ ਲੰਗਸ ਦਾ ਸਟੇਟਸ ਅੱਛਾ ਰਹੇਗਾ। ਸੋ ਅਸੀਂ ਪੇਸ਼ੈਂਟ ਨੂੰ ਜਲਦੀ ਤੋਂ ਜਲਦੀ ਉਹਦੇ ਪੈਰਾਂ 'ਤੇ ਆਪ ਖੜਾ ਕਰਕੇ ਚਲਵਾਉਣਾ ਚਾਹੁੰਦੇ। ਠੀਕ ਹੈ। ਤੇ ਇੱਕ ਮੇਰਾ ਕੁਐਸਚਨ ਹੋਰ ਹੈ, ਇਹਦੀ ਜਿੱਦਾਂ ਮੰਨ ਲਓ ਉਸ ਤੋਂ ਬਾਅਦ ਲਾਈਫ ਕਿੰਨੀ ਕੁ ਹੁੰਦੀ ਹੈ? ਮੰਨ ਲਓ ਤੁਸੀਂ ਅੱਜ ਆਪਰੇਸ਼ਨ ਕੀਤਾ, ਮਰੀਜ਼ ਆਪਣੇ ਪੈਰਾਂ 'ਤੇ ਵੀ ਖੜਾ ਹੋ ਗਿਆ, ਉਸ ਤੋਂ ਬਾਅਦ ਕਿੰਨੀ ਜਾਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ, ਜਾਂ ਉਹਦੀ ਕਿੰਨੀ ਕੁ ਲਾਈਮ ਜੇ ਜਿਹੜਾ ਉਹ ਰਿਪਲੇਸਮੈਂਟ ਹੋਇਆ ਜੁਆਇੰਟ, ਕਿੰਨਾ ਕੁ ਲਾਈਫ ਪੀਰੀਅਡ ਹੁੰਦਾ? ਪਿਛਲੇ 5 ਤੋਂ 10 ਸਾਲ ਦੇ ਵਿੱਚ ਮਟੀਰੀਅਲਸ ਦੇ ਵਿੱਚ ਤੇ ਡਿਜ਼ਾਈਨ ਦੇ ਵਿੱਚ ਇੰਪਰੂਵਮੈਂਟ ਹੋਣ ਦੇ ਕਾਰਨ
ਹੁਣ ਜਿਹੜਾ ਪਹਿਲਾਂ ਨੀ ਰਿਪਲੇਸਮੈਂਟ 5 ਤੋਂ 10 ਸਾਲ ਚੱਲਦਾ ਸੀ ਜੀ ਉਹ ਆਮ ਤੌਰ ਤੇ 15 ਤੋਂ 20 ਸਾਲ ਦੀ ਲਾਈਫ ਉਹਦੀ ਹੈ ਅੱਜ। ਹੈ ਕਿ ਠੀਕ ਆ। ਪਰ ਹੁਣ ਕਈ ਮਟੀਰੀਅਲਸ ਐਸੇ ਆ ਗਏ ਹਨ ਜਿਹੜੇ ਕਿ ਆਕਸੀਨੀਅਮ ਜਾਂ ਸਿਰਾਮਿਕ ਵਰਗੇ ਨੀਜ਼ ਤੇ ਹਿਪਸ ਹਨ ਜਿਨ੍ਹਾਂ ਦੀ ਲਾਈਫ ਅਕੋਰਡਿੰਗ ਟੂ ਕੰਪਨੀਜ਼ ਐਂਡ ਕਲੀਨਿਕਲ ਸਟੱਡੀਜ਼ ਇਜ਼ 30 ਇਅਰਸ, ਕਿ 30 ਸਾਲ ਤੋਂ ਉੱਪਰ ਵੀ ਉਸ ਗੋਡੇ ਦੀ ਲਾਈਫ ਹੈ। ਬਹੁਤ ਵਧੀਆ, ਕਿਉਂਕਿ ਜੇ ਆਪਾਂ ਗੱਲ ਕਰਾਂ ਤੁਸੀਂ ਲਾਈਫ ਦੀ ਗੱਲ ਕੀਤੀ 70 ਤੋਂ 80 ਸਾਲ ਵੈਸੇ ਸਾਡੀ ਲਾਈਫ ਹੁੰਦੀ ਹੈ, ਜੇ 50 60 ਯਾਨੀ ਕਿ ਉਹਨੂੰ ਇੱਕ ਵਾਰੀ ਇਲਾਜ ਕਰਿਆ ਵਨਸ ਇਨ ਅ ਲਾਈਫ ਟਾਈਮ ਸਰਜਰੀ ਹੋ ਸਕਦੀ ਹੈ। ਮੈਂ ਜੇ ਸਲਾਹ ਦੇਣਾ ਚਾਹੂੰਗਾ ਤਾਂ ਇਹ ਦੇਣਾ ਚਾਹੂੰਗਾ ਕਿ ਇੱਕ ਹੈਲਦੀ ਐਕਟਿਵ ਲਾਈਫਸਟਾਈਲ ਜੀਣਾ ਬਹੁਤ ਜ਼ਰੂਰੀ ਹੈ, ਇੱਕ ਬੈਲੈਂਸ ਡਾਈਟ ਮੇਨਟੇਨ ਕਰਨੀ ਬਹੁਤ ਜ਼ਰੂਰੀ ਹੈ ਜੀ। ਬੈਲੈਂਸ ਡਾਈਟ ਦੇ ਵਿੱਚ ਮਿਲਕ ਪ੍ਰੋਡਕਟਸ, ਪ੍ਰੋਟੀਨਸ, ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਆਪਣਾ ਡੇਲੀ ਡਾਈਟ ਦਾ ਹਿੱਸਾ ਬਣਾਉਣਾ ਬਹੁਤ ਜ਼ਰੂਰੀ ਹੈ। ਕਈ ਮਰੀਜ਼ ਐਸੇ ਹਨ ਜਿਹੜੇ ਕਿ ਹੁਣ ਲੈਕਟੋਸ ਇੰਟੋਲਰੈਂਟ ਹਨ, ਗਲੂਟਨ ਐਲਰਜੀ ਹੈ ਜਿਹਦੇ ਕਰਕੇ ਉਹ ਦੁੱਧ, ਆਟਾ ਇਸ ਤਰ੍ਹਾਂ ਦੀ ਚੀਜ਼ਾਂ ਨਹੀਂ ਖਾ ਸਕਦੇ ਡਾਈਟ ਦੇ ਵਿੱਚ। ਸੋ ਉਹਦੇ ਲਈ ਮੈਡੀਕਲ ਗਾਈਡੈਂਸ ਕਿ ਉਹਦੇ ਸਬਸਟੀਟਿਊਟ ਕੀ ਹਨ, ਆਪਾਂ ਨੂੰ ਕੀ ਸਪਲੀਮੈਂਟਸ, ਕੀ ਕਿਸ ਤਰ੍ਹਾਂ ਦੀ ਦਵਾਈ, ਕਿਸ ਤਰ੍ਹਾਂ ਦਾ ਰੈਗੂਲਰ ਟੈਸਟ ਚੈੱਕਅਪ ਕਰਵਾਉਂਦੇ ਰਹਿਣਾ ਚਾਹੀਦਾ ਕਿ ਕੋਈ ਡੈਫੀਸ਼ੀਐਂਸੀ ਸਰੀਰ ਦੇ ਵਿੱਚ ਨਾ ਹੋਏ ਜੀ। ਸੈਕਿੰਡ, ਰਿਗਾਰਡਲੈਸ ਆਫ ਏਜ ਕਿ ਪੇਸ਼ੈਂਟ ਦੀ ਉਮਰ 30 ਸਾਲ, 40 ਸਾਲ, 60 ਜਾਂ 70, 80 ਸਾਲ ਵੀ ਹੈ, ਕੁਛ ਇੱਕ ਫਾਰਮ ਆਫ ਐਕਸਰਸਾਈਜ਼ ਐਪਰੋਪਰੀਏਟ ਫॉर ਏਜ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ। ਆਪਣੀ ਬੋਡੀ ਨੂੰ ਹਮੇਸ਼ਾ ਪੁਸ਼ ਕਰਦੇ ਰਹਿਣਾ ਚਾਹੀਦਾ ਹੈ ਕਿ ਮਸਲ ਮਾਸ, ਬੋਨ ਮਾਸ ਕਦੀ ਘਟਣਾ ਨਾ ਸ਼ੁਰੂ ਹੋਏ। ਰੈਗੂਲਰ ਸਪਲੀਮੈਂਟੇਸ਼ਨ ਤੇ ਰੈਗੂਲਰ ਐਕਸਰਸਾਈਜ਼ ਦੇ ਨਾਲ ਮੇਰਾ ਖਿਆਲ ਇੱਕ ਸੁਖਦ ਜੀਵਨ, ਹੈਲਦੀ ਜੀਵਨ ਬਤੀਤ ਕੀਤਾ ਜਾ ਸਕਦਾ ਹੈ। ਠੀਕ ਹੈ, ਥੈਂਕ ਯੂ ਡਾਕਟਰ ਤਨਵੀਰ ਜੀ। ਔਰ ਸਾਡੇ ਵੀਅਰਸ ਨੇ ਇਹ ਗੱਲ ਜ਼ਰੂਰ ਦੱਸਦੇ ਜਾਵਾਂਗੇ ਵੀ ਸਾਡੇ ਜੇ ਗੋਡਿਆਂ ਦੇ ਵਿੱਚ ਜਾਂ ਸਾਡੇ ਬਜ਼ੁਰਗਾਂ ਨੂੰ ਇਹ ਮਹਿਸੂਸ ਹੁੰਦਾ ਵੀ ਅਸੀਂ ਬੁਢਾਪੇ 'ਚ ਆ ਕੇ ਸਾਡੇ ਗੋਡਿਆਂ ਤੋਂ ਰਹਿ ਜਾਵਾਂਗੇ ਜਾਂ ਉਹਨਾਂ ਨੂੰ ਇੱਕ ਨਵੀਂ ਲਾਈਫ ਮਿਲ ਸਕਦੀ ਹੈ, ਕਿ ਸਾਡੇ ਗੋਡਿਆਂ ਦਾ ਜੇ ਰਿਪਲੇਸਮੈਂਟ, ਸਾਡੇ ਜੋੜਾਂ ਦਾ, ਸਾਡੇ ਜੇਕਰ ਚੁੱਲ੍ਹਿਆਂ ਦੀ ਗੱਲ ਕਰੀਏ, ਬੜੇ ਹੀ ਵਿਸਤਾਰ ਨਾਲ ਡਾਕਟਰ ਸਾਹਿਬ ਨੇ ਦੱਸਿਆ ਕਿ ਤੁਹਾਡੀ ਇੱਕ ਨਵੀਂ ਲਾਈਫ ਮਿਲ ਸਕਦੀ ਹੈ। ਤੁਹਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ। ਸਾਡੇ ਜਿੰਨੇ ਵੀ ਇਸ ਟਾਈਮ 106 ਕੰਟਰੀ ਵਿੱਚ ਸਾਡੇ ਵਿਊਅਰਸ ਦੇਖ ਰਹੇ ਨੇ, ਔਰ ਤੁਸੀਂ ਡਾਕਟਰ ਸਾਹਿਬ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਈਵਾ ਹੌਸਪੀਟਲ ਲੁਧਿਆਣਾ, ਜੇ ਕਈ ਵਾਰੀ ਇੰਡੀਆ ਵਿਜ਼ਿਟ ਵੀ ਕਰਦੇ ਨੇ ਤਾਂ ਤੁਸੀਂ ਆ ਸਕਦੇ ਹੋ। ਈਵਾ ਹੌਸਪੀਟਲ ਲੁਧਿਆਣਾ ਵਿੱਚ ਬਹੁਤ ਹੀ ਫੇਮਸ ਨਾਮ ਹੈ, ਔਰ ਜਦੋਂ ਮਰਜ਼ੀ ਤੁਸੀਂ ਆ ਸਕਦੇ ਹੋ। ਔਰ ਸਭ ਤੋਂ ਵੱਡੀ ਗੱਲ ਦੱਸਿਆ ਕਿ ਅਸੀਂ ਇਹਨਾਂ ਨੂੰ ਮਿਲੇ ਹਾਂ ਤਾਂ ਬੜਾ ਫਰੈਂਡਲੀ ਬਿਹੇਵ ਹੈ, ਅਤੇ ਜਿੱਦਾਂ ਮਤਲਬ ਇੱਕ ਪਰਿਵਾਰ ਵਾਂਗੂ ਮਾਹੌਲ ਬਣਾ ਕੇ ਜਿੱਦਾਂ ਮਤਲਬ ਟਰੀਟ ਕਰਦੇ, ਅਤੇ ਇਹਨਾਂ ਦਾ ਵੀ ਅਸੀਂ ਥੈਂਕਸ ਕਰਾਂ ਕਿਉਂਕਿ ਪੇਸ਼ੈਂਟ ਅਕਸਰ ਇਹ ਚੀਜ਼ ਚਾਹੁੰਦਾ ਹੀ ਇਹ ਚੀਜ਼ ਹੈ ਜੀ। ਸਾਡੇ ਕੋਲ ਪਹਿਲਾਂ ਹੀ ਮਰੀਜ਼ ਪਰੇਸ਼ਾਨੀ 'ਚ ਆਉਣਾ ਜੀ, ਸੋ ਜੇ ਅੱਗੋਂ ਸਾਡੇ ਵੱਲੋਂ ਸਹਾਨੁਭੂਤੀ ਜਾਂ ਪਿਆਰ ਨਹੀਂ ਮਿਲੇਗਾ ਤਾਂ ਪੇਸ਼ੈਂਟ ਹੋਰ ਪਰੇਸ਼ਾਨ ਹੋ ਜਾਏਗਾ। ਇਹ ਤਾਂ ਹੈ ਜੀ, ਅਤੇ ਬੜਾ ਵਧੀਆ। ਅਤੇ ਸਾਨੂੰ ਇਹੀ ਸੋਚਦੇ ਵੀ ਘਬਰਾਉਣ ਦੀ ਲੋੜ ਨਹੀਂ ਹੈਗੀ। ਅਤੇ ਸਾਡੇ ਜੋ ਇਹ ਪ੍ਰੋਗਰਾਮ ਦੇ ਵਿੱਚ ਅਸੀਂ ਉਮੀਦ ਕਰਾਂਗੇ ਜਿਹੜੇ ਸਾਡੇ ਇਸ ਟਾਈਮ ਬਜ਼ੁਰਗ ਨੇ ਜਾਂ ਸਾਡੇ ਹੋਰ ਵੀਰ ਭਰਾ ਨੇ ਜਿਨ੍ਹਾਂ ਨੇ ਯੰਗ ਉਮਰ ਦੇ ਵਿੱਚ ਵੀ ਇਹ ਚੀਜ਼ਾਂ ਦਾ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ, ਉਹਨਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ। ਤੁਸੀਂ ਆਪਣਾ ਮਨ ਬਣਾਓ, ਮਨ ਬਣਾਉਣ ਤੋਂ ਬਾਅਦ ਤੁਸੀਂ ਇਹ ਸੋਚੋ ਵੀ ਅਸੀਂ ਇਲਾਜ ਕਰਾਉਣਾ, ਅਤੇ ਜਿਵੇਂ ਕੋਈ ਜ਼ਿਆਦਾ ਟਾਈਮ ਪੀਰੀਅਡ ਵੀ ਨਹੀਂ ਹੈਗਾ, ਲਗਭਗ ਜਿਵੇਂ ਪ੍ਰੋਗਰਾਮ ਵਿੱਚ ਡਾਕਟਰ ਸਾਹਿਬ ਨੇ ਦੱਸ ਦਿੱਤਾ ਵੀ ਅਸੀਂ ਛੇਤੀ ਤੋਂ ਛੇਤੀ ਉਹ ਚੀਜ਼ ਨੂੰ ਔਰ ਬਿਨਾਂ ਦਰਦ ਮਹਿਸੂਸ ਕਰਾਇਆ ਉਸ ਚੀਜ਼ ਦਾ ਇਲਾਜ ਕਰਨੇ ਆ। ਅਤੇ ਬੜਾ ਥੈਂਕਸ ਹੈ ਤੁਸੀਂ ਅੱਜ ਆਪਣਾ ਕੀਮਤੀ ਟਾਈਮ ਕੱਢ ਕੇ ਇਸ ਪ੍ਰੋਗਰਾਮ ਦੇ ਵਿੱਚ ਆਏ ਆ, ਕਿਉਂਕਿ ਇਸ ਪ੍ਰੋਗਰਾਮ ਦੇ ਰਿਲੇਟਡ ਸਾਡੇ ਇਸ ਦੇਸ਼ਾਂ ਵਿਦੇਸ਼ਾਂ ਵਿੱਚ ਕਈ ਪਰਿਵਾਰਾਂ ਦਾ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਭਲਾ ਵੀ ਹੋਏਗਾ ਜਿਹੜੇ ਇਸ ਚੀਜ਼ ਨੂੰ ਸੋਚ ਕੇ ਪ੍ਰੋਗਰਾਮ ਨੂੰ ਵੇਖ ਕੇ ਜ਼ਰੂਰ ਆਉਣਗੇ। ਅਤੇ ਅਸੀਂ ਪ੍ਰੋਗਰਾਮ ਦੇ ਵਿੱਚ ਤੁਸੀਂ ਆਏ ਹੋ ਕਿਉਂਕਿ ਤੁਹਾਡਾ ਜਿਹੜਾ ਅਸੀਂ ਇਹ ਵੀ ਦੀ ਬਹੁਤ ਬਿਜ਼ੀ ਸ਼ਡਿਊਲ ਹੈ, ਬਹੁਤ ਸਾਰੇ ਪੇਸ਼ੈਂਟ ਆਉਂਦੇ ਰਹਿੰਦੇ ਨੇ, ਅਤੇ ਅਸੀਂ ਪ੍ਰੋਗਰਾਮ ਦਾ ਟਾਈਮ ਲਿਆ ਅਤੇ ਬੜਾ ਵਧੀਆ ਲੱਗਿਆ। ਅਤੇ ਹੋਪ ਕਰਾਂਗੇ ਤੁਸੀਂ ਇਸ ਪ੍ਰੋਗਰਾਮ ਨੂੰ ਪਸੰਦ ਕੀਤਾ ਹੋਵੇਗਾ, ਅਤੇ ਪਸੰਦ ਦੇ ਨਾਲ ਨਾਲ ਇਸ ਪ੍ਰੋਗਰਾਮ 'ਤੇ ਅਮਲ ਜ਼ਰੂਰ ਕਰਿਓ। ਅਮਲ ਕਰਨ ਤੋਂ ਬਾਅਦ ਹੀ ਆਪਾਂ ਆਪਣੇ ਜਿਹੜੇ ਸਰੀਰ ਨੂੰ ਕਾਇਮ ਰੱਖ ਕੇ ਆਪਣੇ ਪਰਿਵਾਰ ਦੇ ਵਿੱਚ ਜਾਂ ਜੇ ਕਿਸੇ ਰਿਸ਼ਤੇਦਾਰੀ ਦੇ ਵਿੱਚ ਕਿਸੇ ਚੀਜ਼ ਨੂੰ ਇਸ ਦੀ ਸਮੱਸਿਆ ਨਾਲ ਜੂਝ ਰਿਹਾ ਤਾਂ ਉਹਦੀ ਵੀ ਤੁਸੀਂ ਹੈਲਪ ਕਰ ਸਕਦੇ ਹੋ। ਇਸ ਪ੍ਰੋਗਰਾਮ ਨੂੰ ਵੇਖਣ ਤੋਂ ਬਾਅਦ ਉਹਨਾਂ ਨੂੰ ਵੀ ਦੱਸ ਸਕਦੇ ਹੋ ਵੀ ਇਸ ਤਰ੍ਹਾਂ ਈਵਾ ਹੌਸਪੀਟਲ ਦੇ ਵਿੱਚ ਡਾਕਟਰ ਤਨਵੀਰ ਇਸ ਚੀਜ਼ ਦੇ ਸਪੈਸ਼ਲਿਸਟ ਨੇ। ਅਖੀਰ ਦੇ ਵਿੱਚ ਸਾਨੂੰ ਦਿਓ ਇਜਾਜ਼ਤ, ਮਿਲਾਂਗੇ ਇੱਕ ਨਵੇਂ ਪ੍ਰੋਗਰਾਮ ਵਿੱਚ। ਸਤਿ ਸ੍ਰੀ ਅਕਾਲ।